ਡੀਅਰ ਸਟੂਡੈਂਟਸ, ਅੱਜ ਅਸੀਂ ਕਲਾਸ 8 ਦਾ ਵਿਸ਼ਾ ਵਿਗਿਆਨ ਦਾ ਅਧਿਆਇ 12ਵਾਂ ਰਗੜ ਕਰਨ ਜਾ ਰਹੇ ਹਾਂ। ਸਾਡਾ ਅੱਜ ਦਾ ਟੌਪਿਕ ਆ ਰਗੜ ਵਧਾਉਣੀ ਅਤੇ ਘਟਾਉਣੀ। ਕੁਝ ਸਥਿਤੀਆਂ ਵਿੱਚ ਸਾਨੂੰ ਰਗੜ ਵਧਾਉਣੀ ਵੀ ਪੈਂਦੀ ਆ ਅਤੇ ਕੁਝ ਸਥਿਤੀਆਂ ਵਿੱਚ ਘਟਾਉਣੀ ਵੀ ਪੈਂਦੀ ਆ। ਪਿਛਲਾ ਜਿਹੜਾ ਟੌਪਿਕ ਅਸੀਂ ਕੀਤਾ ਸੀ, ਅਸੀਂ ਉਹ 'ਚ ਦੇਖਿਆ ਸੀਗਾ ਕਿ ਕੁਝ ਹਾਲਾਤਾਂ ਵਿੱਚ ਰਗੜ ਜਿਹੜੀ ਬਹੁਤ ਜ਼ਰੂਰੀ ਸੀ, ਜਿਵੇਂ ਚੌਕ ਦੇ ਨਾਲ ਬਲੈਕ ਬੋਰਡ ਉੱਪਰ ਲਿਖਣਾ, ਚੱਲਣਾ, ਠੀਕ ਹੈ, ਇਹਨਾਂ ਲਈ ਰਗੜ ਜ਼ਰੂਰੀ ਸੀ। ਹੁਣ ਅਸੀਂ ਦੇਖਾਂਗੇ ਕਿ ਅਸੀਂ ਕਿਹੜੀਆਂ ਹਾਲਾਤਾਂ ਸਥਿਤੀਆਂ ਵਿੱਚ ਸਾਨੂੰ ਰਗੜ ਵਧਾਉਣੀ ਪੈਂਦੀ ਹੈ। ਠੀਕ ਹੈ, ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੀਆਂ ਜੁੱਤੀਆਂ ਦਾ ਤਲਾ ਝਰੀਦਾਰ ਕਿਉਂ ਹੁੰਦਾ ਹੈ? ਠੀਕ ਹੈ, ਉਹ ਜਿਹੜਾ ਜੁੱਤੀਆਂ ਦਾ ਤਲਾ ਆ ਉਹ ਝਰੀਦਾਰ ਬਣਿਆ ਹੁੰਦਾ, ਇੱਦਾਂ ਕਿਉਂ ਹੁੰਦਾ ਆ? ਕਿਉਂਕਿ ਦੇਖੋ ਜਿਹੜੀਆਂ ਪੁਰਾਣੀਆਂ ਜੁੱਤੀਆਂ ਹੁੰਦੀਆਂ ਜਿਨ੍ਹਾਂ ਦਾ ਤਲਾ ਘਸ ਚੁੱਕਾ ਹੁੰਦਾ ਹੈ ਨਾ, ਜਿਨ੍ਹਾਂ ਦਾ ਤਲਾ ਝਰੀਦਾਰ ਨਹੀਂ ਰਹਿੰਦਾ, ਪੂਰੀ ਤਰ੍ਹਾਂ ਘਸ ਗਿਆ ਆ, ਉੱਥੇ ਸਾਡੇ ਡਿੱਗਣ ਦੇ ਚਾਂਸ ਜ਼ਿਆਦਾ ਹੁੰਦੇ ਆ, ਸਲਿੱਪ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ। ਅਤੇ ਝਰੀਆਂ ਜੁੱਤੀਆਂ ਦੀ ਫਰਸ਼ ਨਾਲ ਪਕੜ ਬਣਾਉਂਦੀਆਂ ਹਨ, ਜਿਸ ਦੇ ਕਾਰਨ ਤੁਸੀਂ ਚੱਲਦੇ ਸਮੇਂ ਸੁਰੱਖਿਅਤ ਰਹਿੰਦੇ ਹੋ। ਅਤੇ ਜਿਹੜੀਆਂ ਝਰੀਦਾਰ ਜੁੱਤੀਆਂ ਹੁੰਦੀਆਂ ਆ ਉਹ ਕੀ ਕਰਦੀਆਂ ਨੇ, ਫਰਸ਼ ਦੇ ਨਾਲ ਪਕੜ ਬਣਾਉਂਦੀਆਂ, ਉਹ ਰਗੜ ਨੂੰ ਵਧਾ ਦਿੰਦੀਆਂ ਆ, ਜਿਸ ਕਰਕੇ ਅਸੀਂ ਚੱਲਦੇ ਸਮੇਂ ਸੁਰੱਖਿਅਤ ਮਹਿਸੂਸ ਕਰਦੇ ਹਾਂ। ਹੁਣ ਦੇਖੋ, ਇਸੇ ਤਰ੍ਹਾਂ ਹੀ ਕਾਰਾਂ, ਟਰੱਕਾਂ ਅਤੇ ਬੁਲਡੋਜ਼ਰਾਂ ਦੇ ਟਾਇਰ ਵੀ ਝਰੀਦਾਰ ਹੁੰਦੇ ਹਨ, ਜਿਸ ਨਾਲ ਸੜਕ ਨਾਲ ਉਹਨਾਂ ਦੀ ਪਕੜ ਚੰਗੀ ਬਣਦੀ ਹੈ। ਠੀਕ ਹੈ, ਇਸੇ ਤਰ੍ਹਾਂ ਹੀ ਜਿਹੜੇ ਟਾਇਰ ਆ ਉਹ ਵੀ ਝਰੀਦਾਰ ਹੁੰਦੇ ਆ, ਤਾਂ ਕਿ ਉੱਥੇ ਰਗੜ ਜਿਹੜੀ ਆ ਵੱਧ ਸਕੇ ਅਤੇ ਟਾਇਰਾਂ ਦੀ ਪਕੜ ਜਿਹੜੀ ਆ ਸੜਕ ਨਾਲ ਬਣੀ ਰਹੇ। ਠੀਕ ਹੈ, ਅਤੇ ਟਾਇਰ ਜਿਹੜੇ ਆ ਸਲਿੱਪ ਨਾ ਹੋਣ। ਠੀਕ ਹੈ, ਇਸ ਕਰਕੇ ਜਿਹੜੇ ਝਰੀਦਾਰ ਟਾਇਰ ਹੁੰਦੇ ਆ ਉਹ ਵੀ ਕੀ ਕਰਦੇ ਆ, ਰਗੜ ਨੂੰ ਵਧਾ ਦਿੰਦੇ ਆ, ਅਤੇ ਜਿਹੜੇ ਵਾਹਨਾਂ ਦੀ ਪਕੜ ਆ ਸੜਕ ਨਾਲ ਬਣੀ ਰਹਿੰਦੀ ਆ, ਅਤੇ ਟਾਇਰ ਜਿਹੜੇ ਆ ਉਹ ਸਲਿੱਪ ਨਹੀਂ ਹੁੰਦੇ। ਠੀਕ ਹੈ, ਇਹ ਜਿਹੜੀਆਂ ਉਦਾਹਰਨਾਂ ਸੀ, ਇਹਦੇ ਵਿੱਚ ਅਸੀਂ ਦੇਖਿਆ ਕਿ ਸਾਨੂੰ ਇਹਨਾਂ ਸਥਿਤੀਆਂ ਵਿੱਚ ਰਗੜ ਵਧਾਉਣੀ ਪੈਂਦੀ ਹੈ। ਠੀਕ ਹੈ, ਜਿਵੇਂ ਜੁੱਤੀਆਂ ਦਾ ਜਿਹੜਾ ਤਲਾ ਆ ਉਹ ਝਰੀਦਾਰ ਬਣਾਉਣਾ ਪੈਂਦਾ ਆ, ਟਾਇਰ ਜਿਹੜੇ ਆ ਉਹ ਵੀ ਵਾਹਨਾਂ ਦੇ ਝਰੀਦਾਰ ਬਣਾਉਣੇ ਪੈਂਦੇ ਤਾਂ ਕਿ ਰਗੜ ਵੱਧ ਸਕੇ। ਤੁਸੀਂ ਦੇਖ ਸਕਦੇ ਹੋ ਕਿ ਜੁੱਤੀ ਅਤੇ ਟਾਇਰਾਂ ਦੀਆਂ ਤਲੀਆਂ ਨੂੰ ਝਰੀਦਾਰ ਬਣਾ ਕੇ ਰਗੜ ਵਧਾਈ ਜਾਂਦੀ ਹੈ। ਨੈਕਸਟ ਦੇਖੋ, ਆਟੋਮੋਬਾਈਲ ਵਾਹਨਾਂ ਅਤੇ ਸਾਈਕਲਾਂ ਦੀਆਂ ਬ੍ਰੇਕ ਪ੍ਰਣਾਲੀਆਂ ਵਿੱਚ ਬ੍ਰੇਕ ਪੈਡਾਂ ਦੀ ਵਰਤੋਂ ਕਰਕੇ ਅਸੀਂ ਜਾਣਬੁੱਝ ਕੇ ਰਗੜ ਵਿੱਚ ਵਾਧਾ ਕਰਦੇ ਹਾਂ। ਠੀਕ ਹੈ, ਜਦੋਂ ਅਸੀਂ ਕੋਈ ਸਾਈਕਲ ਚਲਾਉਂਦੇ ਹਾਂ ਤਾਂ ਉਸ ਦੇ ਬ੍ਰੇਕ ਪੈਡ ਪਹੀਏ ਨੂੰ ਸਪਰਸ਼ ਨਹੀਂ ਕਰਦੇ, ਪਰੰਤੂ ਜਦੋਂ ਅਸੀਂ ਬ੍ਰੇਕ ਲੀਵਰ ਨੂੰ ਦਬਾਉਂਦੇ ਹਾਂ ਤਾਂ ਇਹ ਪੈਡ ਰਗੜ ਦੇ ਕਾਰਨ ਰਿਮ ਦੀ ਗਤੀ ਨੂੰ ਰੋਕ ਦਿੰਦੇ ਹਨ ਅਤੇ ਪਹੀਆ ਗਤੀ ਕਰਨਾ ਬੰਦ ਕਰ ਦਿੰਦਾ। ਹੁਣ ਦੇਖੋ, ਜਿਵੇਂ ਸਾਈਕਲ ਆ, ਠੀਕ ਹੈ, ਉਹਦੇ ਵਿੱਚ ਬ੍ਰੇਕ ਪ੍ਰਣਾਲੀ ਲੱਗੀ ਹੁੰਦੀ ਆ ਅਤੇ ਬ੍ਰੇਕ ਪੈਡ ਦੀ ਵਰਤੋਂ ਕੀਤੀ ਹੁੰਦੀ ਆ, ਜੋ ਕੀ ਕਰਦੇ ਆ, ਰਗੜ ਨੂੰ ਵਧਾਉਂਦੇ ਆ। ਜਦੋਂ ਅਸੀਂ ਸਾਈਕਲ ਚਲਾਉਂਦੇ ਹਾਂ ਤਾਂ ਜਿਹੜਾ ਇਹ ਬ੍ਰੇਕ ਪੈਡ ਹੁੰਦਾ ਹੈ ਉਦੋਂ ਸਾਡੇ ਪਹੀਏ ਨੂੰ ਨਹੀਂ ਛੂੰਹਦਾ, ਬਟ ਜਦੋਂ ਅਸੀਂ ਲੀਵਰ, ਜਿਹੜਾ ਬ੍ਰੇਕ ਲੀਵਰ ਹੁੰਦਾ ਆ, ਉਹਨੂੰ ਦਬਾਉਂਦੇ ਆ ਤਾਂ ਜਿਹੜਾ ਬ੍ਰੇਕ ਪੈਡ ਹੁੰਦਾ ਆ ਉਹ ਕੀ ਕਰਦਾ ਆ, ਰਿਮ ਦੀ ਗਤੀ ਨੂੰ ਰੋਕ ਦਿੰਦਾ ਆ ਅਤੇ ਪਹੀਆ ਜਿਹੜਾ ਆ ਉਹ ਗਤੀ ਕਰਨਾ ਬੰਦ ਕਰ ਦਿੰਦਾ ਆ। ਇਸ ਕੰਡੀਸ਼ਨ, ਇਸ ਸਥਿਤੀ ਵਿੱਚ ਕੀ ਹੋਇਆ, ਉੱਥੇ ਅਸੀਂ ਰਗੜ ਨੂੰ ਵਧਾ ਕੇ ਸਾਈਕਲ ਨੂੰ ਰੋਕਿਆ ਆ। ਠੀਕ ਹੈ, ਤੁਸੀਂ ਇਹ ਵੇਖਿਆ ਹੋਵੇਗਾ ਕਿ ਕਬੱਡੀ ਦੇ ਖਿਡਾਰੀ ਆਪਣੇ ਹੱਥਾਂ ਉੱਤੇ ਮਿੱਟੀ ਰਗੜਦੇ ਹਨ ਤਾਂ ਜੋ ਉਹ ਆਪਣੇ ਵਿਰੋਧੀਆਂ ਨੂੰ ਚੰਗੀ ਤਰ੍ਹਾਂ ਫੜ ਸਕਣ। ਠੀਕ ਹੈ, ਖਿਡਾਰੀ ਕਬੱਡੀ ਦੇ ਕੀ ਕਰਦੇ ਨੇ, ਉਹ ਆਪਣੇ ਹੱਥਾਂ ਉੱਪਰ ਮਿੱਟੀ ਲਗਾ ਲੈਂਦੇ ਨੇ ਤਾਂ ਕਿ ਵਿਰੋਧੀ ਖਿਡਾਰੀ ਨੂੰ ਚੰਗੀ ਤਰ੍ਹਾਂ ਫੜ ਸਕਣ, ਪਕੜ ਬਣਾ ਸਕਣ। ਉਹ ਵੀ ਕੀ ਕਰਦੇ ਨੇ, ਮਿੱਟੀ ਲਗਾ ਕੇ ਰਗੜ ਨੂੰ ਵਧਾਉਂਦੇ ਨੇ। ਅਤੇ ਜਿਮਨਾਸਟ ਆਪਣੇ ਹੱਥਾਂ ਉੱਤੇ ਕੋਈ ਖੁਰਦਰਾ ਪਦਾਰਥ ਲਾ ਲੈਂਦੇ ਹਨ ਤਾਂ ਕਿ ਰਗੜ ਵਿੱਚ ਵਾਧਾ ਕਰਕੇ ਚੰਗੀ ਪਕੜ ਬਣਾ ਸਕਣ। ਠੀਕ ਹੈ, ਜਿਮਨਾਸਟ ਦੇ ਜਿਹੜੇ ਖਿਡਾਰੀ ਹੁੰਦੇ ਆ ਉਹ ਵੀ ਰਗੜ ਵਧਾਉਣ ਲਈ ਆਪਣੇ ਹੱਥਾਂ ਦੇ ਉੱਪਰ ਇੱਕ ਖੁਰਦਰਾ ਪਦਾਰਥ ਲਗਾਉਂਦੇ ਨੇ। ਠੀਕ ਹੈ, ਰਗੜ ਵੱਧਦੀ ਹੈ, ਇਟ ਮੀਨ ਕਿ ਉਹ ਜਿਹੜਾ ਵਿਰੋਧੀ ਖਿਡਾਰੀ ਹੋਏਗਾ ਉਹਨੂੰ ਫੜਨ ਵਿੱਚ ਉਹਨਾਂ ਦੀ ਪਕੜ ਬਣੀ ਰਹੇਗੀ। ਓਕੇ, ਹੁਣ ਅੱਗੇ ਦੇਖੋ, ਭਾਵੇਂ ਕੁਝ ਹੋਰ ਸਥਿਤੀਆਂ ਵਿੱਚ ਰਗੜ ਲੋੜੀਂਦੀ ਨਹੀਂ ਹੁੰਦੀ, ਇਸ ਲਈ ਅਸੀਂ ਇਸ ਨੂੰ ਘਟਾਉਣਾ ਚਾਹਾਂਗੇ। ਠੀਕ ਹੈ, ਕੁਝ ਸਥਿਤੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਸਾਨੂੰ ਰਗੜ ਘਟਾਉਣੀ ਵੀ ਪੈਂਦੀ ਹੈ। ਦੇਖੋ, ਜਿਵੇਂ ਕੈਰਮ ਬੋਰਡ ਉੱਤੇ ਤੁਸੀਂ ਬਹੁਤ ਬਰੀਕ ਪਾਊਡਰ ਕਿਉਂ ਛਿੜਕਦੇ ਹੋ? ਠੀਕ ਹੈ, ਤੁਸੀਂ ਸਾਰੇ ਖੇਡਦੇ ਹੋ ਕੈਰਮ ਬੋਰਡ, ਅਤੇ ਇਹਦੇ ਉੱਪਰ ਅਸੀਂ ਪਾਊਡਰ ਕਿਉਂ ਛਿੜਕਦੇ ਹਾਂ? ਤਾਂ ਕਿ ਜਿਹੜੇ ਕੋਇਨਸ ਆ ਜਿਨ੍ਹਾਂ ਨਾਲ ਅਸੀਂ ਖੇਡਣਾ ਆ ਉਹ ਆਸਾਨੀ ਨਾਲ ਜਿਹੜੇ ਆ ਮੂਵ ਕਰ ਸਕਣ। ਠੀਕ ਹੈ, ਇਸ ਹਾਲਾਤ ਵਿੱਚ ਅਸੀਂ ਕੀ ਕਰ ਰਹੇ ਹਾਂ, ਰਗੜ ਨੂੰ ਘਟਾ ਰਹੇ ਹਾਂ। ਤੁਸੀਂ ਇਹ ਨੋਟ ਕੀਤਾ ਹੋਵੇਗਾ ਕਿ ਜਦੋਂ ਅਸੀਂ ਦਰਵਾਜ਼ਿਆਂ ਦੇ ਕਬਜਿਆਂ ਵਿੱਚ ਤੇਲ ਦੀਆਂ ਕੁਝ ਬੂੰਦਾਂ ਪਾਉਂਦੇ ਹਾਂ ਤਾਂ ਦਰਵਾਜ਼ਾ ਆਸਾਨੀ ਨਾਲ ਘੁੰਮਣ ਲੱਗਦਾ ਹੈ। ਠੀਕ ਹੈ, ਇਹ ਵੀ ਕੀ ਕਰ ਰਿਹਾ, ਇਸ ਹਾਲਾਤ ਵਿੱਚ ਵੀ ਕੀ ਹੋ ਰਿਹਾ ਵਾ, ਜਦੋਂ ਅਸੀਂ ਤੇਲ ਪਾ ਰਹੇ ਹਾਂ ਅਤੇ ਰਗੜ ਜਿਹੜੀ ਆ ਉਹ ਘਟ ਰਹੀ ਆ ਅਤੇ ਦਰਵਾਜ਼ਾ ਜਿਹੜਾ ਆ ਉਹ ਬਾਅਦ ਵਿੱਚ ਆਸਾਨੀ ਨਾਲ ਘੁੰਮਣ ਲੱਗ ਰਿਹਾ ਆ। ਅੱਗੇ ਦੇਖੋ, ਸਾਈਕਲ ਅਤੇ ਮੋਟਰ ਦੇ ਮਕੈਨਿਕ ਇਹਨਾਂ ਮਸ਼ੀਨਾਂ ਦੇ ਗਤੀਸ਼ੀਲ ਭਾਗਾਂ ਵਿੱਚ ਗਰੀਸ ਲਾਉਂਦੇ ਹਨ। ਉਪਰੋਕਤ ਸਾਰੀਆਂ ਹਾਲਾਤਾਂ ਵਿੱਚ ਯੋਗਤਾ ਵਿੱਚ ਵਾਧੇ ਲਈ ਰਗੜ ਨੂੰ ਘੱਟ ਕਰਦੇ ਹਾਂ। ਠੀਕ ਹੈ, ਫਿਰ ਜਿਵੇਂ ਹੁਣ ਜਿਹੜੇ ਮਿਸਤਰੀ ਆ ਉਹ ਗਤੀਸ਼ੀਲ ਭਾਗਾਂ ਵਿੱਚ ਗਰੀਸ ਲਗਾਉਂਦੇ ਤਾਂ ਕਿ ਉਹ ਆਸਾਨੀ ਨਾਲ ਮੂਵ ਕਰ ਸਕਣ। ਅੱਗੇ ਦੇਖੋ, ਗਰੀਸ ਜਿਹੜੀ ਆ ਉਹ ਗਤੀਸ਼ੀਲ ਪੁਰਜਿਆਂ ਵਿੱਚ ਲਗਾਈ ਜਾਂਦੀ ਆ। ਠੀਕ ਹੈ, ਉੱਥੇ ਇਹਨਾਂ ਦੀ ਇੱਕ
ਪਤਲੀ ਪਰਤ ਬਣ ਜਾਂਦੀ ਹੈ ਤੇ ਗਤੀਸ਼ੀਲ ਸਤ੍ਹਾ ਸਿੱਧੇ ਹੀ ਇੱਕ ਦੂਜੇ ਨੂੰ ਰਗੜ ਨਹੀਂ ਸਕਦੇ। ਠੀਕ ਹੈ, ਇਸ ਤਰ੍ਹਾਂ ਅਨਿਯਮਤਾਵਾਂ ਦਾ ਅੰਤਰ ਬੰਧਨ ਦਾ ਪ੍ਰਭਾਵ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਠੀਕ ਹੈ, ਅਸੀਂ ਦੇਖਿਆ ਸੀ ਅਨਿਯਮਤਾਵਾਂ ਦੇ ਕਾਰਨ ਰਗੜ ਜਿਹੜੀ ਆ ਉਹ ਵੱਧਦੀ ਆ, ਬਟ ਇਹਨਾਂ ਹਾਲਾਤਾਂ ਵਿੱਚ ਅਸੀਂ ਰਗੜ ਘਟਾਉਣੀ ਆ, ਇਸ ਕਰਕੇ ਗਰੀਸ ਜਿਹੜੀ ਆ ਉਹ ਲਗਾਈ ਜਾਂਦੀ ਆ ਗਤੀਸ਼ੀਲ ਭਾਗਾਂ ਵਿੱਚ ਤੇ ਉਹਦੀ ਇੱਕ ਪਰਤ ਬਣ ਜਾਂਦੀ ਆ, ਪਤਲੀ ਪਰਤ ਬਣ ਜਾਂਦੀ ਹੈ ਤੇ ਜਿਹੜੀਆਂ ਅਨਿਯਮਤਾਵਾਂ ਹੁੰਦੀਆਂ ਉਹਨਾਂ ਦਾ ਅੰਤਰ ਬੰਧਨ ਜਿਹੜਾ ਹੁੰਦਾ ਆ ਉਹ ਘਟ ਜਾਂਦਾ ਆ। ਠੀਕ ਹੈ, ਤੇ ਰਗੜ ਵੀ ਜਿਹੜੀ ਆ ਉਹ ਘਟ ਜਾਂਦੀ ਆ ਤੇ ਰਗੜ ਘੱਟ ਕਰਨ ਵਾਲੇ ਪਦਾਰਥਾਂ ਨੂੰ ਸਨੇਹਕ ਕਹਿੰਦੇ ਹਨ। ਠੀਕ ਹੈ, ਜਿਹੜੇ ਪਦਾਰਥ ਅਸੀਂ ਰਗੜ ਘੱਟ ਕਰਨ ਲਈ ਵਰਤ ਰਹੇ ਹਾਂ, ਜਿਵੇਂ ਅਸੀਂ ਪਾਊਡਰ ਵਰਤ ਰਹੇ ਸੀ ਕੈਰਮ ਬੋਰਡ ਵਿੱਚ, ਗਰੀਸ ਵਰਤ ਰਹੀ ਹਾਂ, ਇਹ ਸਾਰੇ ਕੀ ਹਨ? ਸਨੇਹਕ। ਕੁਝ ਮਸ਼ੀਨਾਂ ਵਿੱਚ ਸਨੇਹਕ ਦੇ ਰੂਪ ਵਿੱਚ ਤੇਲ ਨਾ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉੱਥੇ ਰਗੜ ਘੱਟ ਕਰਨ ਲਈ ਗਤੀਸ਼ੀਲ ਪੁਰਜਿਆਂ ਦੇ ਵਿੱਚ ਹਵਾ ਦੀ ਗੱਦੀ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ, ਜਿਨ੍ਹਾਂ ਹਾਲਾਤਾਂ ਵਿੱਚ ਅਸੀਂ ਤੇਲ ਨਹੀਂ ਵਰਤ ਸਕਦੇ ਉੱਥੇ ਕੀ ਵਰਤਿਆ ਜਾਂਦਾ ਆ? ਹਵਾ ਦੀ ਗੱਦੀ। ਠੀਕ ਹੈ, ਥੈਂਕ ਯੂ।